ਪਿਛਲੀ ਵੀਡੀਓ ਵਿੱਚ ਅਸੀਂ ਦੋ ਤ੍ਰਿਭੁਜਾਂ ਦੀ ਸਰਵੰਗ ਸਮਤਾ ਲਈ ਕੁਝ ਨਿਯਮ ਸਮਝੇ ਸਨ ਅਤੇ ਮੈਂ ਕਿਹਾ ਸੀ ਕਿ ਦੋ ਤ੍ਰਿਭੁਜਾਂ ਦੀ ਸਰਵੰਗ ਸਮਤਾ ਦੱਸਣ ਲਈ SSA ਨਿਯਮ ਸਹੀ ਨਹੀਂ ਹੈ। SSA ਨਿਯਮ ਸਹੀ ਨਹੀਂ ਹੈ। ਆਓ ਹੁਣ ਇਸ ਵੀਡੀਓ ਦੇ ਵਿੱਚ ਇਸ ਬਾਰੇ ਥੋੜਾ ਹੋਰ ਜਾਣਦੇ ਹਾਂ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਉਂ ਕਿਹਾ ਜਾਂਦਾ ਹੈ ਕਿ SSA ਨਿਯਮ ਤ੍ਰਿਭੁਜਾਂ ਦੀ ਸਰਵੰਗ ਸਮਤਾ ਦੱਸਣ ਲਈ ਸਹੀ ਨਹੀਂ ਹੈ। ਹੁਣ ਇਸ ਨੂੰ ਸਮਝਣ ਦੇ ਲਈ ਪਹਿਲਾਂ ਮੈਂ ਇੱਕ ਤ੍ਰਿਭੁਜ ਬਣਾ ਲੈਂਦਾ ਹਾਂ। ਮੈਂ ਇੱਥੇ ਕੁਝ ਇਸ ਤਰ੍ਹਾਂ ਦੀ ਤ੍ਰਿਭੁਜ ਬਣਾ ਲੈਂਦਾ ਹਾਂ। ਇੱਕ ਭੁਜਾ ਇਸ ਤਰ੍ਹਾਂ ਦੀ ਲੈ ਲੈਂਦਾ ਹਾਂ, ਦੂਜੀ ਭੁਜਾ ਲੈ ਲੈਂਦਾ ਹਾਂ ਅਤੇ ਫਿਰ ਇਹਨਾਂ ਦੋਨਾਂ ਨੂੰ ਮਿਲਾ ਕੇ ਕੁਝ ਇਸ ਤਰ੍ਹਾਂ ਦੀ ਤ੍ਰਿਭੁਜ ਪ੍ਰਾਪਤ ਕਰ ਲੈਂਦਾ ਹਾਂ। ਹੁਣ SSA ਦਾ ਮਤਲਬ ਹੈ ਦੋ ਨਾਲ ਲੱਗਦੀਆਂ ਭੁਜਾਵਾਂ, ਭਾਵ ਦੋ ਲਗਾਤਾਰ ਭੁਜਾਵਾਂ ਅਤੇ ਇੱਕ ਕੋਣ। ਹੁਣ ਇਹ ਕੋਣ ਇਹਨਾਂ ਦੋਨਾਂ ਭੁਜਾਵਾਂ ਦੇ ਵਿਚਕਾਰ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਇਹ ਕੋਣ ਵਿਚਕਾਰ ਆ ਗਿਆ ਤਾਂ ਸਾਡੇ ਕੋਲ SAS ਵਾਲਾ ਨਿਯਮ ਬਣ ਜਾਏਗਾ। ਹੁਣ ਅਸੀਂ ਅੱਗੇ ਮੰਨ ਲੈਂਦੇ ਹਾਂ ਕਿ ਸਾਨੂੰ ਇਹ ਵਾਲਾ ਕੋਣ ਦਿੱਤਾ ਹੋਇਆ ਹੈ। ਇਸ ਕੋਣ ਦਾ ਸਾਨੂੰ ਮਾਪ ਪਤਾ ਹੈ, ਇਸ ਭੁਜਾ ਦਾ ਮਾਪ ਪਤਾ ਹੈ ਅਤੇ ਇਸ ਭੁਜਾ ਦਾ ਮਾਪ ਪਤਾ ਹੈ। ਇਸ ਤਰ੍ਹਾਂ ਸਾਨੂੰ ਦੋ ਭੁਜਾਵਾਂ ਅਤੇ ਇੱਕ ਕੋਣ ਦਾ ਮਾਪ ਪਤਾ ਹੈ, ਤਾਂ ਇਹ ਸਾਡੇ ਕੋਲ ਬਣ ਗਿਆ SSA। ਹੁਣ ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਕੀ ਇਸ ਸੂਚਨਾ ਦੇ ਆਧਾਰ ਤੇ ਅਸੀਂ ਇੱਕ ਵਿਲੱਖਣ ਤ੍ਰਿਭੁਜ ਬਣਾ ਸਕਦੇ ਹਾਂ। ਜੇਕਰ ਇਸ ਸੂਚਨਾ ਦੇ ਆਧਾਰ ਤੇ ਸਾਨੂੰ ਇੱਕ ਇਸੇ ਤਰ੍ਹਾਂ ਦੀ ਹੀ ਇੱਕ ਵਿਲੱਖਣ ਤ੍ਰਿਭੁਜ ਮਿਲ ਗਈ ਤਾਂ ਅਸੀਂ ਕਹਾਂਗੇ ਕਿ SSA ਨਿਯਮ ਤ੍ਰਿਭੁਜਾਂ ਦੀ ਸਰਵੰਗ ਸਮਤਾ ਦਾ ਨਿਯਮ ਹੈ। ਆਓ ਹੁਣ ਇਸ ਨੂੰ ਬਣਾ ਕੇ ਦੇਖਦੇ ਹਾਂ। ਹੁਣ ਇਸ ਸੂਚਨਾ ਦੇ ਆਧਾਰ ਤੇ ਇੱਕ ਹੋਰ ਤ੍ਰਿਭੁਜ ਬਣਾ ਕੇ ਦੇਖਦੇ ਹਾਂ ਕਿ ਕੀ ਉਹ ਤ੍ਰਿਭੁਜ ਸਾਈਜ਼ ਅਤੇ ਸ਼ੇਪ ਦੇ ਵਿੱਚ ਇਸ ਤ੍ਰਿਭੁਜ ਨਾਲ ਮਿਲਦੀ ਹੈ। ਹੁਣ ਇਸ ਤ੍ਰਿਭੁਜ ਦੇ ਵਿੱਚ ਸਾਨੂੰ ਇਸ ਆਧਾਰ ਦੀ ਲੰਬਾਈ ਨਹੀਂ ਪਤਾ, ਤਾਂ ਅਸੀਂ ਇੱਥੇ ਆਧਾਰ ਨੂੰ ਬਣਾਉਣ ਦੇ ਲਈ ਅਸੀਂ ਇੱਕ ਲੰਬਾਈ ਵਾਲੀ ਕੁਝ ਵੀ ਲੰਬਾਈ ਵਾਲੀ ਇੱਕ ਭੁਜਾ ਬਣਾ ਲੈਂਦੇ ਹਾਂ। ਹੁਣ ਇੱਥੇ ਮੈਨੂੰ ਇਸ ਭੁਜਾ ਦੀ ਲੰਬਾਈ ਨਹੀਂ ਪਤਾ, ਪਰ ਮੈਨੂੰ ਇੱਥੇ ਇਸ ਕੋਣ ਦਾ ਮਾਪ ਪਤਾ ਹੈ, ਤਾਂ ਇੱਥੇ ਮੈਂ ਇਸ ਕੋਣ ਦੇ ਬਰਾਬਰ ਇੱਕ ਕੋਣ ਬਣਾਉਂਦੀ ਹੋਈ ਇੱਕ ਦੂਜੀ ਭੁਜਾ ਖਿੱਚ ਦਿੰਦਾ ਹਾਂ। ਹੁਣ ਮੈਂ ਇੱਥੇ ਕੋਸ਼ਿਸ਼ ਕਰਦਾ ਹਾਂ ਕਿ ਜਿੰਨਾ ਕੋਣ ਸਾਡੇ ਕੋਲ ਇਹ ਦਿੱਤਾ ਹੋਇਆ ਹੈ ਉਸ ਕੋਣ ਦੇ ਬਰਾਬਰ ਮੈਂ ਇੱਥੇ ਇੱਕ ਭੁਜਾ ਖਿੱਚ ਲਵਾਂ। ਹੁਣ ਇੱਥੇ ਮੈਂ ਇਸ ਕੋਣ ਦੇ ਬਰਾਬਰ ਕੋਣ ਲੈ ਲਿਆ ਹੈ, ਬਰਾਬਰ ਕੋਣ ਲੈ ਲਿਆ ਇਸ ਕੋਣ ਦੇ ਬਰਾਬਰ, ਅਤੇ ਅੱਗੇ ਮੈਨੂੰ ਇਸ ਭੁਜਾ ਦੀ ਲੰਬਾਈ ਪਤਾ ਹੈ। ਹੁਣ ਅੱਗੇ ਮੈਨੂੰ ਇਸ ਭੁਜਾ ਦੀ ਲੰਬਾਈ ਪਤਾ ਹੈ ਤਾਂ ਮੈਂ ਇਸ ਭੁਜਾ ਦੀ ਲੰਬਾਈ ਜਿੰਨੀ ਲੰਬਾਈ ਇੱਥੋਂ ਕੱਟ ਲੈਂਦਾ ਹਾਂ, ਉਨੀ ਲੰਬਾਈ ਮੈਂ ਇੱਥੋਂ ਕੱਟ ਲੈਂਦਾ ਹਾਂ। ਹੁਣ ਅੱਗੇ ਮੈਨੂੰ ਇਸ ਭੁਜਾ ਦੀ ਲੰਬਾਈ ਵੀ ਪਤਾ ਹੈ ਤਾਂ ਮੈਂ ਇਸ ਭੁਜਾ ਦੀ ਲੰਬਾਈ ਜਿੰਨੀ ਪ੍ਰਕਾਰ ਖੋਲ ਕੇ ਅਤੇ ਉਸ ਦਾ ਇੱਕ ਸਿਰਾ ਇੱਥੇ ਰੱਖ ਕੇ ਅਤੇ ਦੂਜੇ ਸਿਰੇ ਦੇ ਨਾਲ ਇੱਥੇ ਕੱਟਦਾ ਹਾਂ, ਤਾਂ ਇੱਥੇ ਮੇਰੇ ਕੋਲ ਇਸ ਤਰ੍ਹਾਂ ਇੱਕ ਚਾਪ ਪ੍ਰਾਪਤ ਹੋ ਜਾਵੇਗੀ ਅਤੇ ਫਿਰ ਮੈਂ ਇਸ ਬਿੰਦੂ ਨੂੰ ਇਸ ਬਿੰਦੂ ਦੇ ਨਾਲ ਮਿਲਾ ਦਿੰਦਾ ਹਾਂ। ਹੁਣ ਇਸ ਬਿੰਦੂ ਨੂੰ ਇਸ ਬਿੰਦੂ ਦੇ ਨਾਲ ਮਿਲਾ ਦਿੰਦੇ ਹਾਂ। ਹੁਣ ਇੱਥੇ ਇਸ ਭੁਜਾ ਦੀ ਲੰਬਾਈ ਇਸ ਭੁਜਾ ਦੇ ਬਰਾਬਰ ਹੈ ਅਤੇ ਇਸ ਭੁਜਾ ਦੀ ਲੰਬਾਈ ਇਸ ਭੁਜਾ ਦੇ ਬਰਾਬਰ ਹੈ, ਤਾਂ ਅਸੀਂ ਇੱਥੇ ਦੇਖਦੇ ਹਾਂ ਕਿ ਸਾਨੂੰ ਇੱਕ ਇਸੇ ਤਰ੍ਹਾਂ ਦੀ ਹੀ ਇੱਕ ਵਿਲੱਖਣ ਤ੍ਰਿਭੁਜ ਮਿਲ ਗਈ। ਤਾਂ ਇੱਥੇ ਸਾਨੂੰ ਲੱਗਦਾ ਹੈ ਕਿ SSA ਨਿਯਮ ਤ੍ਰਿਭੁਜਾਂ ਦੀ ਸਰਵੰਗ ਸਮਤਾ ਦੱਸਦਾ ਹੈ। ਪਰ ਹੁਣ ਅਸੀਂ ਇੱਕ ਹੋਰ ਕੰਡੀਸ਼ਨ ਲੈ ਕੇ ਦੇਖਦੇ ਹਾਂ। ਹੁਣ ਅੱਗੇ ਜੇਕਰ ਅਸੀਂ ਇਸ ਭੁਜਾ ਦੀ ਲੰਬਾਈ ਦੇ ਬਰਾਬਰ ਇੱਕ ਹੋਰ ਚਾਪ ਲਗਾਉਂਦੇ ਹਾਂ ਤਾਂ ਉਹ ਇਸ ਆਧਾਰ ਨੂੰ ਇਸ ਬਿੰਦੂ ਤੇ ਆ ਕੇ ਕੱਟ ਜਾਏਗੀ। ਹੁਣ ਇਹਨਾਂ ਦੋਨਾਂ ਬਿੰਦੂਆਂ ਨੂੰ ਆਪਸ ਵਿੱਚ ਮਿਲਾ ਕੇ ਸਾਡੇ ਕੋਲ ਇੱਕ ਹੋਰ ਤ੍ਰਿਭੁਜ ਪ੍ਰਾਪਤ ਹੋ ਗਈ। ਹੁਣ ਇਸ ਤ੍ਰਿਭੁਜ ਦੀ ਇਸ ਭੁਜਾ ਦੀ ਲੰਬਾਈ ਇਸ ਭੁਜਾ ਦੇ ਬਰਾਬਰ ਹੈ। ਤਾਂ ਇੱਥੇ ਅਸੀਂ ਦੇਖਿਆ ਕਿ ਇਸ ਸੂਚਨਾ ਦੇ ਆਧਾਰ ਤੇ, ਭਾਵ SSA ਸੂਚਨਾ ਦੇ ਆਧਾਰ ਤੇ ਸਾਡੇ ਕੋਲ ਇੱਕ ਵਿਲੱਖਣ ਤ੍ਰਿਭੁਜ ਨਹੀਂ ਮਿਲੀ, ਬਲਕਿ ਸਾਡੇ ਕੋਲ ਦੋ ਤਰ੍ਹਾਂ ਦੀਆਂ ਤ੍ਰਿਭੁਜਾਂ ਬਣ ਗਈਆਂ। ਤਾਂ ਇਸ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ SSA ਨਿਯਮ ਤ੍ਰਿਭੁਜਾਂ ਦੀ ਸਰਵੰਗ ਸਮਤਾ ਦੱਸਣ ਦੇ ਲਈ ਸਹੀ ਨਹੀਂ ਹੈ। ਹੁਣ ਆਓ ਇੱਕ ਹੋਰ ਕੇਸ ਲੈਂਦੇ ਹਾਂ। ਇੱਥੇ ਮੈਂ ਇੱਕ ਤ੍ਰਿਭੁਜ ਦਾ ਨਿਊਨ ਕੋਣ ਲਿਆ ਸੀ। ਹੁਣ ਮੈਂ ਇੱਥੇ ਇੱਕ ਹੋਰ ਤ੍ਰਿਭੁਜ ਲਵਾਂਗਾ ਜਿਸ ਦੇ ਵਿੱਚ ਮੈਂ ਨਿਊਨ ਕੋਣ ਦੀ ਬਜਾਏ ਅਧਿਕ ਕੋਣ ਲਵਾਂਗਾ। ਹੁਣ ਇਸ ਦੇ ਲਈ ਮੈਂ ਇੱਕ ਤ੍ਰਿਭੁਜ ਬਣਾ ਲੈਂਦਾ ਹਾਂ। ਹੁਣ ਮੈਂ ਕੁਝ ਇਸ ਤਰ੍ਹਾਂ ਦੀ ਤ੍ਰਿਭੁਜ ਬਣਾ ਲੈਂਦਾ ਹਾਂ। ਇਸ ਦਾ ਇਹ ਕੋਣ ਇੱਕ ਅਧਿਕ ਕੋਣ ਬਣਾਉਂਦੀ ਹੋਈ ਭੁਜਾ ਲੈ ਲੈਂਦਾ ਹਾਂ ਅਤੇ ਇਹਨਾਂ ਨੂੰ ਜੁਆਇਨ ਕਰਕੇ ਇੱਕ ਤ੍ਰਿਭੁਜ ਲੈ ਲੈਂਦਾ ਹਾਂ। ਹੁਣ ਇੱਥੇ ਮੈਂ ਮੰਨ ਲੈਂਦਾ ਹਾਂ ਕਿ ਮੈਨੂੰ ਇਸ ਕੋਣ ਦਾ ਮਾਪ ਪਤਾ ਹੈ, ਇਸ ਭੁਜਾ ਦਾ ਮਾਪ ਪਤਾ ਹੈ ਅਤੇ ਇਸ ਭੁਜਾ ਦਾ ਮਾਪ ਪਤਾ ਹੈ, ਭਾਵ ਦੋ ਭੁਜਾਵਾਂ ਅਤੇ ਇੱਕ ਕੋਣ ਦਾ ਮਾਪ ਪਤਾ ਹੈ।
ਹੁਣ ਇੱਥੇ ਦੇਖਦਾ ਹਾਂ ਕਿ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਮੈਨੂੰ ਇੱਕ ਵਿਲੱਖਣ ਤ੍ਰਿਭੁਜ ਪ੍ਰਾਪਤ ਹੁੰਦੀ ਹੈ ਜਾਂ ਨਹੀਂ। ਹੁਣ ਇੱਥੇ ਵੀ ਮੈਨੂੰ ਆਧਾਰ ਦੀ ਲੰਬਾਈ ਨਹੀਂ ਪਤਾ, ਤਾਂ ਇੱਥੇ ਮੈਂ ਕੁਝ ਲੰਬਾਈ ਵਾਲੀ ਇੱਕ ਭੁਜਾ ਲੈ ਲੈਂਦਾ ਹਾਂ। ਹੁਣ ਇੱਥੇ ਮੈਨੂੰ ਇਸ ਕੋਣ ਦਾ ਮਾਪ ਪਤਾ ਹੈ, ਤਾਂ ਮੈਂ ਇਸ ਕੋਣ ਦੇ ਮਾਪ ਦੇ ਬਰਾਬਰ ਇੱਥੇ ਕੋਣ ਬਣਾਉਂਦੀ ਹੋਈ ਇੱਕ ਦੂਜੀ ਭੁਜਾ ਖਿੱਚ ਦਿੰਦਾ ਹਾਂ। ਹੁਣ ਇੱਥੇ ਮੈਂ ਇਹ ਭੁਜਾ ਖਿੱਚ ਲੈਂਦਾ ਹਾਂ। ਹੁਣ ਇੱਥੇ ਇਸ ਕੋਣ ਦਾ ਮਾਪ ਇਸ ਕੋਣ ਦੇ ਬਰਾਬਰ ਹੈ। ਹੁਣ ਅੱਗੇ ਮੈਨੂੰ ਇਸ ਭੁਜਾ ਦੀ ਲੰਬਾਈ ਪਤਾ ਹੈ, ਤਾਂ ਹੁਣ ਮੈਂ ਇਸ ਭੁਜਾ ਦੀ ਲੰਬਾਈ ਦੇ ਬਰਾਬਰ ਇੱਥੇ ਇੱਕ ਚਾਪ ਲਗਾ ਲੈਂਦਾ ਹਾਂ। ਮੈਂ ਇਸ ਨੂੰ ਇੱਥੋਂ ਕੱਟ ਲੈਂਦਾ ਹਾਂ, ਦੋਨਾਂ ਭੁਜਾਵਾਂ ਦੀ ਲੰਬਾਈ ਬਰਾਬਰ ਲੈ ਲੈਂਦਾ ਹਾਂ। ਹੁਣ ਅੱਗੇ ਮੈਨੂੰ ਇਸ ਭੁਜਾ ਦੀ ਲੰਬਾਈ ਪਤਾ ਹੈ, ਤਾਂ ਮੈਂ ਇਸ ਭੁਜਾ ਦੀ ਲੰਬਾਈ ਦੇ ਬਰਾਬਰ ਪ੍ਰਕਾਰ ਖੋਲ੍ਹ ਕੇ ਅਤੇ ਉਸ ਦਾ ਇੱਕ ਸਿਰਾ ਇੱਥੇ ਰੱਖ ਕੇ ਦੂਜੇ ਸਿਰੇ ਦੇ ਨਾਲ ਇਸ ਆਧਾਰ ਵਾਲੀ ਭੁਜਾ ਨੂੰ ਕੱਟ ਲੈਂਦਾ ਹਾਂ ਅਤੇ ਫਿਰ ਇਹਨਾਂ ਦੋਨਾਂ ਬਿੰਦੂਆਂ ਨੂੰ ਆਪਸ ਦੇ ਵਿੱਚ ਮਿਲਾ ਦਿੰਦਾ ਹਾਂ। ਹੁਣ ਇਸ ਤਰ੍ਹਾਂ ਮੇਰੇ ਕੋਲ ਇੱਕ ਤ੍ਰਿਭੁਜ ਪ੍ਰਾਪਤ ਹੋ ਜਾਂਦੀ ਹੈ, ਜਿਸ ਦਾ ਕਿ ਇਹ ਕੋਣ ਇਸ ਕੋਣ ਦੇ ਬਰਾਬਰ ਹੈ, ਇਸ ਭੁਜਾ ਦੀ ਲੰਬਾਈ ਇਸ ਭੁਜਾ ਦੀ ਲੰਬਾਈ ਦੇ ਬਰਾਬਰ ਹੈ ਅਤੇ ਇਸ ਭੁਜਾ ਦੀ ਲੰਬਾਈ ਇਸ ਭੁਜਾ ਦੀ ਲੰਬਾਈ ਦੇ ਬਰਾਬਰ ਹੈ। ਹੁਣ ਇੱਥੇ ਮੈਨੂੰ ਇੱਕ ਵਿਲੱਖਣ ਤ੍ਰਿਭੁਜ ਪ੍ਰਾਪਤ ਹੋ ਗਈ ਹੈ। ਹੁਣ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਕੇਵਲ ਮੈਂ ਇਸ ਹੀ ਤਰ੍ਹਾਂ ਦੀ ਤ੍ਰਿਭੁਜ ਬਣਾ ਸਕਦਾ ਹਾਂ। ਹੁਣ ਇਸ ਕੇਸ ਦੇ ਵਿੱਚ ਦੋਨੋਂ ਹੀ ਤ੍ਰਿਭੁਜਾਂ ਸਰਵੰਗ ਸਮ ਹਨ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ SSA ਨੂੰ ਤ੍ਰਿਭੁਜਾਂ ਦੀ ਸਰਵੰਗ ਸਮਤਾ ਲਈ ਵਰਤ ਸਕਦੇ ਹੋ। ਇਹ ਤਾਂ ਮੈਂ ਇੱਕ ਸਪੈਸ਼ਲ ਕੇਸ ਲਿਆ ਹੈ ਜਿੱਥੇ ਦਿੱਤੇ ਹੋਏ ਕੋਣ ਦਾ ਮਾਪ ਅਧਿਕ ਕੋਣ ਹੋਵੇ, ਉਸ ਸਮੇਂ ਇਹ ਠੀਕ ਰਹਿੰਦਾ ਹੈ। ਅਖੀਰ ਇੱਕ ਹੋਰ ਸੰਭਾਵਨਾ ਹੈ ਜੇਕਰ ਇੱਥੇ ਨਿਊਨ ਕੋਣ ਦੀ ਥਾਂ ਸਮਕੋਣ ਹੋਵੇ। ਇਸ ਲਈ ਅਸੀਂ SSA ਵਿੱਚ A ਭਾਵ ਕੋਣ ਦੀ ਥਾਂ ਸਮਕੋਣ ਲੈ ਲੈਂਦੇ ਹਾਂ। ਕੁਝ ਇਸ ਤਰ੍ਹਾਂ ਦਾ ਲੈ ਲੈਂਦੇ ਹਾਂ, ਇਸ ਤਰ੍ਹਾਂ ਅਸੀਂ ਇੱਕ ਸਮਕੋਣ ਲੈ ਲੈਂਦੇ ਹਾਂ ਅਤੇ ਫਿਰ ਤ੍ਰਿਭੁਜ ਦੀ ਰਚਨਾ ਕਰਦੇ ਹਾਂ। ਇੱਥੇ ਸਾਨੂੰ ਇੱਕ ਭੁਜਾ ਦੀ ਲੰਬਾਈ ਪਤਾ ਨਹੀਂ ਹੈ, ਅਸੀਂ ਇੱਕ ਭੁਜਾ ਕੁਝ ਲੰਬਾਈ ਦੀ ਬਣਾ ਲੈਂਦੇ ਹਾਂ ਅਤੇ ਸਾਨੂੰ ਦੂਜੀਆਂ ਦੋ ਭੁਜਾਵਾਂ ਦੀ ਲੰਬਾਈ ਪਤਾ ਹੈ। ਅਸੀਂ ਦੂਜੀ ਭੁਜਾ ਡਰਾ ਕਰ ਲੈਂਦੇ ਹਾਂ ਜਿਸ ਦੀ ਕਿ ਲੰਬਾਈ ਸਾਨੂੰ ਪਤਾ ਹੈ। ਹੁਣ ਇਹ ਭੁਜਾ ਹੈ ਜਿਸ ਦੀ ਕਿ ਲੰਬਾਈ ਸਾਨੂੰ ਪਤਾ ਹੈ। ਹੁਣ ਅੱਗੇ ਸਾਨੂੰ ਇਸ ਦੀ ਤੀਜੀ ਭੁਜਾ ਦੀ ਲੰਬਾਈ ਵੀ ਪਤਾ ਹੈ। ਹੁਣ ਇਹ ਤੀਸਰੀ ਭੁਜਾ ਇਸ ਬਿੰਦੂ ਤੋਂ ਸ਼ੁਰੂ ਹੋ ਕੇ ਇਸ ਆਧਾਰ ਵਾਲੀ ਭੁਜਾ ਨਾਲ ਮਿਲੇਗੀ, ਭਾਵ ਇਹ ਭੁਜਾ ਇਸ 90 ਡਿਗਰੀ ਦੇ ਕੋਣ ਦੇ ਸਾਹਮਣੇ ਵਾਲੇ ਪਾਸੇ ਹੋਵੇਗੀ। ਹੁਣ ਸਾਨੂੰ ਪਤਾ ਹੈ ਕਿ ਸਮਕੋਣੀ ਤ੍ਰਿਕੋਣ ਦੇ ਵਿੱਚ 90 ਡਿਗਰੀ ਦੇ ਸਾਹਮਣੇ ਵਾਲੀ ਭੁਜਾ ਕर्ण ਹੁੰਦੀ ਹੈ। ਹੁਣ ਇਸ ਭੁਜਾ ਨੂੰ ਡਰਾ ਕਰਨ ਦਾ ਕੇਵਲ ਤੇ ਕੇਵਲ ਇੱਕ ਹੀ ਤਰੀਕਾ ਹੈ। ਹੁਣ ਅਸੀਂ ਇਸ ਬਿੰਦੂ ਤੋਂ ਸ਼ੁਰੂ ਕਰਾਂਗੇ ਅਤੇ ਦਿੱਤੀ ਹੋਈ ਲੰਬਾਈ ਦੇ ਅਨੁਸਾਰ ਇਸ ਨੂੰ ਖਿੱਚਾਂਗੇ ਅਤੇ ਇਹ ਇਸ ਆਧਾਰ ਵਾਲੀ ਭੁਜਾ ਦੇ ਨਾਲ ਮਿਲ ਜਾਵੇਗੀ। ਇਸ ਤਰ੍ਹਾਂ ਸਾਨੂੰ ਇੱਕ ਵਿਲੱਖਣ ਕਿਸਮ ਦੀ ਤ੍ਰਿਭੁਜ ਪ੍ਰਾਪਤ ਹੋ ਜਾਵੇਗੀ। ਹੁਣ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਅਸਲ ਵਿੱਚ ਇੱਥੇ ਅਸੀਂ ਤ੍ਰਿਭੁਜ ਦੀ ਸਰਵੰਗ ਸਮਤਾ ਦੇ ਇੱਕ ਹੋਰ ਨਿਯਮ ਵੱਲ ਜਾ ਰਹੇ ਹਾਂ। ਇਹ ਨਿਯਮ ਹੈ ਰਾਈਟ ਐਂਗਲ ਭਾਵ ਸਮਕੋਣ, ਸਾਈਡ ਭਾਵ ਭੁਜਾ, ਹਾਈਪੋਟੇਨਿਊਸ ਭਾਵ ਕर्ण। ਇਹ ਨਿਯਮ ਭਾਵ RSH ਨਿਯਮ SSA ਦਾ ਇੱਕ ਸਪੈਸ਼ਲ ਕੇਸ ਹੈ ਜਿੱਥੇ ਕਿ ਦਿੱਤਾ ਹੋਇਆ ਕੋਣ ਸਮਕੋਣ ਹੈ। ਹੁਣ ਇੱਥੇ ਵੀ ਅਸੀਂ ਜਾਣ ਲਿਆ ਹੈ ਕਿ ਜੇਕਰ ਤ੍ਰਿਭੁਜ ਦਾ ਦਿੱਤਾ ਹੋਇਆ ਕੋਣ ਸਮਕੋਣ ਹੋਵੇ ਤਾਂ ਇੱਕ ਵਿਲੱਖਣ ਕਿਸਮ ਦੀ ਤ੍ਰਿਭੁਜ ਹੀ ਬਣਦੀ ਹੈ। ਹੁਣ ਤੁਸੀਂ ਅੱਗੇ ਇਹ ਵੀ ਜਾਣਦੇ ਹੋ ਕਿ ਸਮਕੋਣੀ ਤ੍ਰਿਕੋਣ ਵਿੱਚ ਜੇਕਰ ਦੋ ਭੁਜਾਵਾਂ ਦੀ ਲੰਬਾਈ ਪਤਾ ਹੋਵੇ ਤਾਂ ਪਾਇਥਾਗੋਰਸ ਥਿਊਰਮ ਰਾਹੀਂ ਤੀਜੀ ਭੁਜਾ ਪਤਾ ਕੀਤੀ ਜਾ ਸਕਦੀ ਹੈ। ਹੁਣ ਇੱਥੇ ਸਾਨੂੰ ਇਸ ਭੁਜਾ ਦੀ ਲੰਬਾਈ ਪਤਾ ਹੈ ਅਤੇ ਇਸ ਭੁਜਾ ਦੀ ਲੰਬਾਈ ਪਤਾ ਹੈ, ਤਾਂ ਇੱਥੇ ਅਸੀਂ ਪਾਇਥਾਗੋਰਸ ਥਿਊਰਮ ਦੀ ਵਰਤੋਂ ਕਰਕੇ ਤੀਜੀ ਭੁਜਾ ਦੀ ਲੰਬਾਈ ਪਤਾ ਕਰ ਸਕਦੇ ਹਾਂ। ਤਾਂ ਇਸ ਲਈ ਜੇਕਰ ਤੁਹਾਡੇ ਕੋਲ SSA ਦੀ ਸੂਚਨਾ ਹੋਵੇ ਤਾਂ ਤੁਸੀਂ SSS ਨਿਯਮ ਦੀ ਵਰਤੋਂ ਕਰ ਸਕਦੇ ਹੋ, ਕਿਉਂਕਿ ਇੱਥੇ ਅਸੀਂ ਤੀਜੀ ਭੁਜਾ ਦੀ ਲੰਬਾਈ ਪਤਾ ਕਰ ਸਕਦੇ ਹਾਂ। ਤਾਂ ਅਖੀਰ ਦੇ ਵਿੱਚ ਅਸੀਂ ਸਮਝ ਗਏ ਹਾਂ ਕਿ ਜੇਕਰ ਤ੍ਰਿਭੁਜ ਵਿੱਚ ਦਿੱਤਾ ਹੋਇਆ ਕੋਣ ਨਿਊਨ ਕੋਣ ਹੋਵੇ ਤਾਂ ਸਾਨੂੰ ਇੱਕ ਵਿਲੱਖਣ ਤਰ੍ਹਾਂ ਦੀ ਤ੍ਰਿਭੁਜ ਪ੍ਰਾਪਤ ਨਹੀਂ ਹੁੰਦੀ। ਇਸ ਲਈ ਅਸੀਂ ਕਹਿ ਦਿੰਦੇ ਹਾਂ ਕਿ SSA ਨਿਯਮ ਤ੍ਰਿਭੁਜਾਂ ਦੀ ਸਰਵੰਗ ਸਮਤਾ ਦੇ ਲਈ ਸਹੀ ਨਹੀਂ ਹੈ।